ਦੇਸ਼ ਦਾ ਉਹ ਖਰੜ ਤੋਂ ਰਣਜੀਤ ਨਗਰ ਫਲੈਟ ਦੇ ਵਿੱਚੋਂ। ਹਾਂਜੀ उसके माथे में गोली लग रही है, उसके भाई ने इस पर गोली चला रखी है, मार रखी। ਦੋਸਤੋ ਅੱਜ ਦੀ ਨੌਜਵਾਨੀ ਦਿਖਾਵੇ ਦੀ ਜ਼ਿੰਦਗੀ 20 ਸਾਲਾਂ ਦੀ ਉਮਰ ਅਤੇ ਹਸ਼ਰ ਮੌਤ ਆਪਣੀ ਜ਼ਿੰਦਗੀ ਖਤਮ ਅਤੇ ਇਕਲੌਤੇ ਭਰਾ ਦੀ ਜ਼ਿੰਦਗੀ ਬਰਬਾਦ ਬਾਕੀ ਉਮਰ ਜੇਲ੍ਹ ਵਿੱਚ ਉਮਰ ਕੈਦ। ਮਾਪਿਆਂ ਦੇ ਸੁਪਨੇ ਬੱਚਿਆਂ ਦੇ ਚੰਗੇ ਭਵਿੱਖ ਦੇ, ਕਿਸੇ ਨੂੰ ਪੜ੍ਹਨ ਭੇਜਿਆ MBA ਕਰਨ, ਕਿਸੇ ਨੂੰ ਇੰਜੀਨੀਅਰਿੰਗ ਕਰਨ ਅਤੇ ਬਣੇ ਇਹ ਕਿਡਨੈਪਰ। ਦਿਖਾਵੇ ਦੀ ਜ਼ਿੰਦਗੀ ਬਨੋਟੀ ਜਿਹੀ ਜ਼ਿੰਦਗੀ ਜੀਣ ਦੀ ਇਹ ਚਾਹਤ ਨੌਜਵਾਨੀ ਨੂੰ ਕਿੱਧਰ ਲੈ ਕੇ ਜਾ ਰਹੀ ਹੈ ਦੋਸਤੋ। ਇਹ ਇਸ ਕਹਾਣੀ ਵਿੱਚ ਇਸ ਟਰੂ ਸਟੋਰੀ ਤੋਂ ਸਮਝਿਆ ਜਾ ਸਕਦਾ ਹੈ। ਮਾਪਿਆਂ ਦੇ ਅੱਜ ਕੱਲ੍ਹ ਇੱਕ ਇੱਕ ਅਤੇ ਦੋ ਦੋ ਹੀ ਬੱਚੇ ਹੁੰਦੇ ਹਨ ਅਤੇ ਉਹਨਾਂ ਦਾ ਇਹ ਹਸ਼ਰ ਪੂਰੇ ਸਮਾਜ ਅਤੇ ਖਾਸ ਕਰ ਨੌਜਵਾਨੀ ਨੂੰ ਜ਼ਰੂਰ ਸੋਚਣ 'ਤੇ ਮਜਬੂਰ ਕਰੇਗਾ ਕਿ ਸਾਡਾ ਸਮਾਜ, ਸਾਡੀ ਨੌਜਵਾਨੀ ਕਿੱਧਰ ਜਾ ਰਹੀ ਹੈ। ਇਸ ਕਹਾਣੀ ਦਾ ਮੁੱਖ ਕਿਰਦਾਰ ਹੈ ਹਰਿਆਣੇ ਦੇ ਸੋਨੀਪਤ ਦੇ ਨਜ਼ਦੀਕ ਇੱਕ ਪਿੰਡ ਦੀ 20 ਸਾਲਾ ਲੜਕੀ ਰਾਖੀ। ਹਾਂਜੀ, ਇਹੋ ਉਸ ਦਾ ਅਸਲੀ ਨਾਂ ਹੈ। ਪਿੰਡ ਦਾ ਨਾਂ ਬੜੋਲੀ, ਥਾਣਾ ਰਾਈ ਪੈਂਦਾ ਹੈ ਇਸ ਪਿੰਡ ਨੂੰ। ਇਸ ਪਿੰਡ 'ਚੋਂ ਇਹ 20 ਸਾਲਾ ਕੁੜੀ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਚੰਡੀਗੜ੍ਹ ਟਰਾਈ ਸਿਟੀ ਵਿੱਚ ਪੜ੍ਹਾਈ ਕਰਨ ਲਈ ਪਹੁੰਚੀ। ਇਸ 20 ਸਾਲਾ ਕੁੜੀ ਰਾਖੀ ਦਾ ਪਿਓ ਨਹੀਂ ਸੀ। ਮਾਂ ਇਕੱਲੇ ਤੌਰ 'ਤੇ ਆਪਣੀ ਪਰਿਵਾਰਿਕ ਜ਼ਿੰਮੇਵਾਰੀ ਪੂਰੀ ਕਰ ਰਹੀ ਸੀ। ਇਸ ਦਾ ਭਰਾ ਮਸੂਰੀ ਵਿੱਚ ਪ੍ਰਾਈਵੇਟ ਕੰਮ ਕਰਦਾ ਸੀ। ਮਾਂ ਤੇ ਭਰਾ ਨੇ ਰਾਖੀ ਦੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ, ਪੜ੍ਹ ਲਿਖ ਕੇ ਕੁਝ ਬਣ ਜਾਣ ਦੇ ਸੁਪਨੇ ਲੈ ਕੇ ਉਸ ਨੂੰ MBA ਕਰਨ ਭੇਜ ਦਿੱਤਾ ਟਰਾਈ ਸਿਟੀ ਚੰਡੀਗੜ੍ਹ ਵਿੱਚ। ਉਹਨਾਂ ਦੋਹਾਂ ਨੂੰ ਕੀ ਪਤਾ ਸੀ ਕਿ MBA ਕਰ ਕੁਝ ਬਣ ਚੰਗੇ ਭਵਿੱਖ ਦੇ ਸੁਪਨਿਆਂ ਨੂੰ ਉਹਨਾਂ ਦੇ ਚਕਨਾਚੂਰ ਕਰਦੇ ਹੋਏ ਰਾਖੀ ਰਾਤੋਂ ਰਾਤ ਅਮੀਰ ਬਣਨ ਦੇ ਅਤੇ ਐਸ਼ੋ ਆਰਾਮ ਵਾਲੀ ਕਾਲਪਨਿਕ ਦੁਨੀਆ ਵਿੱਚ ਪੁੱਜ ਕੇ ਉਸਨੇ ਇੱਕ ਕਿਡਨੈਪਰ ਬਣ ਜਾਣਾ ਸੀ। ਨਾਂ ਰੋਸ਼ਨ ਕਰਨ ਦੇ ਸੁਪਨਿਆਂ ਦੀ ਥਾਂ ਉਹ ਬਾਕੀ ਗਲੀ ਗੁਆਂਢ ਰਿਸ਼ਤੇਦਾਰੀ ਹਰ ਥਾਂ ਉਹਨਾਂ ਦੀ ਤਕਰੀਬਨ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਰਾਖੀ MBA ਕਰਨ ਲਈ ਚੰਡੀਗੜ੍ਹ ਟਰਾਈ ਸਿਟੀ ਵਿੱਚ ਪਹੁੰਚ ਗਈ। ਉਸਨੇ ਖਰੜ ਚੰਡੀਗੜ੍ਹ ਦੇ ਨਜ਼ਦੀਕ, ਜੋ ਕਿ ਦਿੱਲੀ ਦੇ ਨੋਇਡਾ ਗੁੜਗਾਮ ਵਾਂਗੂ ਅੱਜ ਕੱਲ੍ਹ ਵਿਕਸਿਤ ਹੋ ਰਿਹਾ ਹੈ, ਉੱਥੋਂ ਦੇ ਅਜੀਤ ਨਗਰ ਏਰੀਆ ਵਿੱਚ ਇੱਕ ਫਲੈਟ ਲਿਆ ਤੇ ਉੱਥੇ ਕਿਰਾਏ ਉੱਤੇ ਰਹਿਣ ਲੱਗੀ ਅਤੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਹ ਕੁੜੀ ਹਰਿਆਣੇ ਦੇ ਪਿੰਡੋਂ ਆਈ ਤਾਂ MBA ਕਰਨ ਸੀ, ਪਰ ਉਸਨੂੰ ਸ਼ਹਿਰ ਦੀ ਆਬੋ ਹਵਾ ਇਹੋ ਜਿਹੀ ਲੱਗੀ ਕਿ ਉਹ ਆਪਣੀ ਮਿੱਟੀ, ਆਪਣੀ ਜੜ੍ਹਾਂ ਤੋਂ ਬਿਲਕੁਲ ਹੀ ਉਖੜ ਗਈ। ਸਭ ਤੋਂ ਪਹਿਲਾਂ ਆਪਣੇ ਪੇਂਡੂ ਪਹਿਚਾਣ, ਪਹਿਰਾਵੇ, ਕੱਪੜੇ ਛੱਡ ਕੇ ਬ੍ਰਾਂਡਡ ਕੱਪੜੇ, ਉਹ ਵੀ ਛੋਟੇ ਛੋਟੇ, ਉਹਨਾਂ ਨੂੰ ਛੱਡ ਕੇ ਗੋਰੇ ਗੋਰੇ ਸਾਬ, ਗੋਰੀਆਂ ਗੋਰੀਆਂ ਮੀਮਾਂ ਦੀ ਨਕਲ। ਇਹੋ ਜਿਹੇ ਛੋਟੇ ਛੋਟੇ ਕੱਪੜੇ ਹੀ ਤਾਂ ਨੌਜਵਾਨੀ ਨੂੰ ਐਜੂਕੇਟਡ ਪਰਸਨ ਬਣਾਉਂਦੇ ਹਨ, ਡੈਸ਼ਿੰਗ ਦਿਖਾਉਂਦੇ ਹਨ, ਆਧੁਨਿਕ ਬਣਾਉਂਦੇ ਹਨ। ਆਖਰ ਪੈਰਿਸ ਦੇ ਫੈਸ਼ਨ, ਉਹਨਾਂ ਤੋਂ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਹਾਂ? ਇਸ ਦਾ ਪੂਰਾ ਕੰਪੀਟੀਸ਼ਨ ਹੁੰਦਾ ਹੈ ਚੰਡੀਗੜ੍ਹ ਟਰਾਈ ਸਿਟੀ ਵਿੱਚ। ਤਰ੍ਹਾਂ ਤਰ੍ਹਾਂ ਦੇ ਫੈਸ਼ਨ ਨੌਜਵਾਨੀ ਵਿੱਚ ਵੇਖਣ ਨੂੰ ਆਮ ਮਿਲਦੇ ਹਨ, ਜਿਨ੍ਹਾਂ ਨੂੰ ਵੇਖ ਕੇ ਕਈ ਵਾਰ ਹਾਸਾ ਹੀ ਆਉਂਦਾ ਹੈ ਕਿ ਇਹਨਾਂ ਨੇ ਪਾਇਆ ਕੀ ਹੋਇਆ ਹੈ। ਪਿੰਡਾਂ ਦੀ ਤਾਜ਼ੀ ਹਵਾ ਵਿੱਚੋਂ ਗੋਹੇ ਪਾਥੀਆਂ ਦੇ ਢੇਰਾਂ ਤੋਂ ਆਉਂਦੀ ਹੋਈ ਅੱਡ ਹੀ ਮਹਿਕ ਹੁਣ ਚੰਡੀਗੜ੍ਹ ਦੀ ਨਸ਼ੀਲੀ ਹਵਾ ਉਸ ਨੂੰ ਮਦਹੋਸ਼ ਕਰਨ ਲੱਗ ਪਈ ਸੀ। ਇੱਕ ਮਦਹੋਸ਼ ਕਰਨ ਵਾਲੇ ਨਸ਼ੇ ਵਾਂਗ ਜਦੋਂ ਚੰਡੀਗੜ੍ਹ ਸ਼ਹਿਰ ਦੀ ਉਸ ਨੂੰ ਹਵਾ ਲੱਗੀ ਤਾਂ ਉਸਨੇ ਇੱਕ ਕਾਲਪਨਿਕ ਦੁਨੀਆ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਕਥਿਕ ਕਾਲਪਨਿਕ ਦੁਨੀਆ। ਰਾਖੀ ਪੂਰੀ ਤਰ੍ਹਾਂ ਇਸ ਸ਼ਹਿਰ ਦੇ ਰੰਗ ਵਿੱਚ ਰੰਗੀ ਗਈ ਸੀ। ਹੁਣ ਉਸ ਨੂੰ ਰਹਿਣ ਲਈ ਲਿਵਿੰਗ ਪਾਰਟਨਰ ਦੀ ਵੀ ਜ਼ਰੂਰਤ ਸੀ। ਜਲਦੀ ਹੀ ਉਸਨੇ ਲਿਵਿੰਗ ਪਾਰਟਨਰ ਵੀ ਲੱਭ ਲਿਆ ਤੇ ਉਸ ਨਾਲ ਰਹਿਣ ਲੱਗ ਪਈ। ਹਰਿਆਣੇ ਦੇ ਪੇਂਡੂ ਇਲਾਕੇ ਵਿੱਚੋਂ, ਜਿੱਥੇ ਹਾਲੇ ਵੀ ਕੁੰਡ ਕੱਢਣ ਦੀ ਪ੍ਰਥਾ ਦੇਖੀ ਜਾ ਸਕਦੀ ਹੈ, ਉਸ ਮਾਹੌਲ ਤੋਂ ਆਈ ਹੋਈ ਰਾਖੀ ਕੁਝ ਹਫ਼ਤਿਆਂ ਵਿੱਚ ਹੀ ਛੋਟੇ ਛੋਟੇ ਮਹਿੰਗੇ ਬ੍ਰਾਂਡਡ ਕੱਪੜਿਆਂ, ਲਿਵ-ਇਨ ਪਾਰਟਨਰ, ਇਹੋ ਜਿਹੀ ਲਾਈਫ ਸਟਾਈਲ ਵਿੱਚ ਆ ਗਈ ਸੀ। 8-8 ਹਜ਼ਾਰ ਦੇ ਬ੍ਰਾਂਡਡ ਕੱਪੜੇ। ਹੁਣ ਉਸਨੇ 8-8, 10-10 ਹਜ਼ਾਰ ਦੇ ਬ੍ਰਾਂਡਡ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਸਨ। ਉੱਪਰੋਂ ਫਲੈਟ ਦਾ ਖਰਚ, ਫਿਰ ਮੋਲਜ਼, ਹੋਟਲ, ਸ਼ੋਪਿੰਗ ਮਾਲ, ਇਹਨਾਂ ਵਿੱਚ ਘੁੰਮਣਾ, ਇੱਥੇ ਵੀ ਤਾਂ ਪੈਸਾ ਲੱਗਦਾ ਹੈ। ਘਰ ਦੇ ਤਾਂ ਇਹ ਖਰਚ ਪੂਰਾ ਨਹੀਂ ਕਰ ਸਕਦੇ। ਘਰਦਿਆਂ ਤੋਂ ਮੰਗਿਆ ਵੀ ਕਿਹੜੇ ਮੂੰਹ ਨਾਲ ਜਾ ਸਕਦਾ ਹੈ? ਉਹਨਾਂ ਨੂੰ ਤਾਂ ਇਹੀ ਪਤਾ ਹੈ ਨਾ ਕਿ ਸਾਡਾ ਬੱਚਾ ਪੜ੍ਹਨ ਗਿਆ ਹੈ। ਆਖਿਰ ਉਹ ਕਿਵੇਂ ਘਰਦਿਆਂ ਤੋਂ ਮੰਗਣਗੇ ਕਿ ਸਾਨੂੰ ਇੰਨੇ ਪੈਸੇ ਚਾਹੀਦੇ ਹਨ? ਬਸ ਇੱਥੋਂ ਹੀ ਇਸ ਦਾ ਸਫ਼ਰ ਸ਼ੁਰੂ ਹੋ ਗਿਆ ਗਲਤ ਰਸਤੇ ਪੈਣ ਦਾ। ਝੂਠੇ ਦਿਖਾਵੇ ਦੀ ਜ਼ਿੰਦਗੀ ਦੇ ਖਰਚਿਆਂ ਨੂੰ ਪੂਰੇ ਕਰਨ ਲਈ ਇੱਕ ਗਲਤ ਰਸਤੇ ਉੱਪਰ ਪੈਰ ਰੱਖ ਲਿਆ। ਰਾਹ ਚੁਣਿਆ ਕਿਡਨੈਪਿੰਗ ਦਾ, ਫਰੋਤੀ ਦਾ।
ਇੱਕ ਹੀ ਝਟਕੇ ਨਾਲ ਮੋਟੀ ਰਕਮ ਵਸੂਲ ਕਰ ਲਈ ਜਾਵੇ। ਫਿਰ ਕੁਝ ਮਹੀਨੇ ਐਸ਼ੋ ਇਸ਼ਰਤ, ਮਹਿੰਗੇ ਹੋਟਲ, ਬਾਰ, ਲਗਜ਼ਰੀ ਲਾਈਫ, ਇਸ ਸਭ ਨੂੰ ਜਿਉਣ ਦੀ ਚਾਹ ਉਸ ਨੂੰ ਗਲਤ ਰਸਤੇ ਉੱਪਰ ਲੈ ਗਈ। ਉਸਨੇ ਫਰੋਤੀ ਦਾ ਰਸਤਾ ਚੁਣਿਆ ਤੇ ਟਾਰਗੇਟ ਚੁਣਿਆ ਹਿਤੇਸ਼, ਜਿਸ ਦੇ ਪਿਤਾ ਲੁਧਿਆਣੇ ਦੀ ਇੱਕ ਫਰਮ ਵਿੱਚ ਬਤੌਰ ਮੈਨੇਜਰ ਕੰਮ ਕਰਦੇ ਸਨ। ਹਿਤੇਸ਼ ਬੁਮਲਾ ਇਹੋ ਨਾਂ ਸੀ ਉਸਦਾ। ਉਹ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਕਰ ਰਿਹਾ ਸੀ। ਉਹ ਵੀ ਪਤੰਦਰ ਇੰਜੀਨੀਅਰਿੰਗ ਕਰਨ ਦੀ ਥਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਪਰ ਆਪਣੀਆਂ ਗਰਲਫ੍ਰੈਂਡਾਂ ਲੱਭ ਰਿਹਾ ਸੀ। ਸੋ ਉਹ ਜਲਦੀ ਹੀ ਸ਼ਿਕਾਰ ਹੋ ਗਿਆ ਰਾਖੀ ਦੇ ਜਾਲ ਦਾ। ਝੂਠੇ ਅਤੇ ਬਨੋਟੀ ਦੋਸਤ ਇਹੋ ਹੀ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਪਰ ਅਕਸਰ ਮਿਲਦੇ ਹਨ। ਫੇਸਬੁੱਕ ਤੇ ਜਦੋਂ ਹਿਤੇਸ਼ ਦੀ ਰਾਖੀ ਨਾਲ ਫਰੈਂਡਸ਼ਿਪ ਹੋਈ ਤਾਂ ਉਸਦਾ ਮੇਲ ਜੋਲ ਵਧਿਆ। ਰਾਖੀ ਨੇ ਆਪਣਾ ਟਾਰਗੇਟ ਚੁਣ ਲਿਆ ਸੀ। ਅਪਹਰਨ ਅਤੇ ਫਰੋਤੀ ਦੇ ਇਸ ਕੰਮ ਵਿੱਚ ਰਾਖੀ ਨਾਲ ਉਸਦੇ ਦੋ ਸਾਥੀ ਸਨ ਜੋ ਉਸ ਵਾਂਗ ਹੀ ਸ਼ਹਿਰ ਵਿੱਚ MBA ਕਰਨ ਆਏ ਸਨ। ਇਹ ਦੋਵੇਂ ਹਰਿਆਣੇ ਤੋਂ ਹੀ ਸਨ। ਇਹਨਾਂ ਵਿੱਚੋਂ ਇੱਕ ਨੌਜਵਾਨ ਸੀ ਅਜੇ ਪੁੰਨੀਆ, ਜੋ ਸਿਰਸੇ ਦਾ ਰਹਿਣ ਵਾਲਾ ਸੀ ਅਤੇ ਚੰਡੀਗੜ੍ਹ ਵਿੱਚ MBA ਕਰਨ ਆਇਆ ਸੀ। ਦੂਜਾ ਸੀ ਉਸਦਾ ਲਿਵਿੰਗ ਪਾਰਟਨਰ ਅਜੇ ਕਾਦਿਆਨ। ਇਹ ਵੀ ਦੱਸਦੇ ਹਨ ਕਿ ਸ਼ਹਿਰ ਵਿੱਚ ਪੜ੍ਹਨ ਸ਼ਾਇਦ MBA ਹੀ ਕਰਨ ਆਇਆ ਸੀ। ਅੱਗੇ ਦੀ ਸਟੋਰੀ, ਅੱਗੇ ਦਾ ਸੀਨ ਤੁਸੀਂ ਪੁਲਿਸ ਕੋਲੋਂ ਹੀ ਸੁਣੋ ਕਿ ਕੀ ਹੋਇਆ ਸੀ ਉਸ ਵੇਲੇ ਅਗਸਤ 2023 ਵਿੱਚ। ਹਿਤੇਸ਼ ਤਾਂ ਉਹ ਖਰੜ ਤੋਂ ਰਣਜੀਤ ਨਗਰ ਫਲੈਟ ਦੇ ਵਿੱਚੋਂ। ਹਾਂਜੀ ਸਰ, ਜਿਹੜੇ ਐਕਿਊਜ਼ ਫੜੇ ਗਏ ਨੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੋਵੇ? ਅਜੇ ਕਾਦਿਆਨ ਦੀ ਤੁਸੀਂ ਗੱਲ ਕਰੋ, ਜਿਹੜੀ ਰਾਖੀ ਹੈ, ਇਹਨਾਂ ਦੀ ਮੋਡਸ ਆਪਰੈਂਡੀ ਕੀ ਹੁੰਦੀ ਸੀ ਤੇ ਪਹਿਲਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ? ਕ੍ਰਿਮੀਨਲ ਬੈਕਗ੍ਰਾਉਂਡ ਅਜੇ ਨਹੀਂ ਕੋਈ ਸਾਹਮਣੇ ਆਇਆ, ਬਟ ਜਿਹੜਾ ਮਾਈਂਡ ਹੈ ਤੁਸੀਂ ਦੇਖੋ ਕਿੰਨਾ ਕ੍ਰਿਮੀਨਲ ਹੈ ਕਿ ਕਿੱਦਾਂ ਟਾਰਗੇਟ ਸਿਲੈਕਟ ਕਰ ਰਹੇ ਆ, ਸੋਸ਼ਲ ਮੀਡੀਆ ਤੋਂ ਪਿਕਅਪ ਕਰ ਰਹੇ ਆ, ਫਿਰ ਉਹਨੂੰ ਐਗਜ਼ੀਕਿਊਟ ਕਰ ਰਹੇ ਆ। ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਅਜੇ ਕਾਦਿਆਨ ਹੈ, ਇਹ ਲੜਕੀ ਦੇ ਬਿਹਾਫ ਤੇ ਚੈਟਿੰਗ ਵੀ ਆਪ ਕਰਦਾ ਰਹਿੰਦਾ ਸੀ ਸੋ ਦੈਟ ਬੰਦੇ ਨੂੰ ਬਿਲਕੁਲ ਲਿਓਰ ਕਰ ਲਵੇ। ਸੋ ਹੋਰ ਵੀ ਕੋਈ ਕੇਸ ਇਸ ਨਾਲ ਟ੍ਰੈਪ ਹੋਇਆ? ਦੇਖੋ ਅਜੇ ਪ੍ਰੀਲਿਮਿਨਰੀ ਤੌਰ ਤੇ ਗੱਲ ਚੱਲ ਰਹੀ ਹੈ ਤੇ ਪ੍ਰੀਲਿਮਿਨਰੀ ਪੁੱਛਗਿੱਛ ਦੇ ਵਿੱਚ ਅਜੇ ਕੋਈ ਗੱਲ ਨਹੀਂ ਆਈ, ਪਰ ਇੰਨਾ ਪਤਾ ਲੱਗਿਆ ਪਹਿਲਾਂ ਵੀ ਇਹਨਾਂ ਨੇ ਕੋਈ ਦਿੱਲੀ ਦੇ ਲੜਕਿਆਂ ਦੇ ਉੱਤੇ ਟਰਾਈ ਕੀਤੀ ਸੀ, ਬਟ ਉਹ ਕਾਮਯਾਬ ਨਹੀਂ ਹੋ ਸਕੇ। ਉਹਨੂੰ ਕਲਿੰਚ ਨਹੀਂ ਕਰ ਪਾਏ। ਦੇਖੋ ਮੈਂ ਮਤਲਬ ਇਹ ਸਮਝਦਾ ਕਿ ਹਨੀ ਟ੍ਰੈਪ ਦੇ ਕੇਸ ਹੋਰ ਡਿਫਰੈਂਟ ਸ਼ੇਪਸ ਬੜੇ ਆਉਂਦੇ ਰਹੇ ਆ, ਪਰ ਤੁਸੀਂ ਵੀ ਇੰਨੇ ਸਾਲ ਹੋ ਗਏ, ਸਾਰਿਆਂ ਨੂੰ ਐਕਸਪੀਰੀਅੰਸ ਹੈ ਕਿ ਕਿਡਨੈਪਿੰਗ ਫॉर ਰੈਂਸਮ ਦੇ ਵਿੱਚ ਇਹੋ ਜਿਹੀ ਚੀਜ਼ ਬਹੁਤ ਘੱਟ ਹੋਈ ਹੈ ਔਰ ਬੜੀ ਸੈਂਸੇਸ਼ਨਲ ਜੀ ਚੀਜ਼ ਇੱਕ ਸਾਹਮਣੇ ਆਈ ਹੈ। ਦੋਸਤੋ, ਇਹ ਘਟਨਾ ਹੋਈ ਸੀ 1 ਸਾਲ ਪਹਿਲਾਂ ਅਗਸਤ ਮਹੀਨੇ। ਪੁਲਿਸ ਨੇ ਤਿੰਨੋਂ ਫੜ ਲਏ ਅਤੇ ਜੇਲ੍ਹ ਵਿੱਚ ਡੱਕ ਦਿੱਤੇ। ਹੁਣ ਕੀ ਕੈਰੀਅਰ ਰਹਿ ਗਿਆ ਸੀ ਇਹਨਾਂ MBA ਸਟੂਡੈਂਟਸ ਦਾ? ਇਹਨਾਂ ਦੇ ਦਿਮਾਗ ਵਿੱਚ ਕ੍ਰਾਈਮ ਕਿੱਥੋਂ ਤੱਕ ਵੜ ਗਿਆ ਸੀ? ਸਾਡੀ ਨੌਜਵਾਨੀ ਦਾ ਦਿਮਾਗ ਵੇਖੋ। ਹਨੀ ਟ੍ਰੈਪ ਵਿੱਚ ਫਸਾ ਕੇ ਉਸ ਨੂੰ ਆਪਣੇ ਫਲੈਟ ਉੱਪਰ ਲਿਆਂਦਾ ਗਿਆ। ਇੱਥੇ ਉਸ ਨੂੰ ਕਾਬੂ ਵਿੱਚ ਰੱਖਣ ਲਈ ਨਸ਼ੇ ਦੇ ਇੰਜੈਕਸ਼ਨ ਦਿੱਤੇ ਜਾਂਦੇ ਅਤੇ ਬੰਨ੍ਹ ਕੇ ਰੱਖਿਆ ਜਾਂਦਾ। ਹਿਤੇਸ਼ ਦੇ ਪਿਓ ਕੋਲੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ। MBA ਦੇ ਹੋਣਹਾਰ ਸਟੂਡੈਂਟ, ਸੋਚੋ, ਇੰਨਾ ਰਿਸਕ ਵੀ ਲਿਆ ਤੇ ਰਕਮ ਮੰਗੀ 50 ਲੱਖ ਦੀ। ਇਹਨਾਂ ਨੌਜਵਾਨ ਬੱਚਿਆਂ ਨੂੰ ਇੰਨਾ ਵੀ ਨਹੀਂ ਪਤਾ ਕਿ ਜੋ ਵੀ ਫਰੋਤੀ ਦੀ ਰਕਮ ਮੰਗੀ ਜਾਂਦੀ ਹੈ ਉਹ ਕਦੇ ਵੀ ਕੋਈ ਝੱਟ ਨਹੀਂ ਦੇ ਦਿੰਦਾ, ਇਸ ਲਈ ਨੈਗੋਸ਼ੀਏਸ਼ਨ ਵੀ ਹੁੰਦੀ ਹੈ। ਮੰਨ ਲਓ ਜੇ ਉਸਦਾ ਪਿਓ ਪੁਲਿਸ ਕੋਲ ਜਾਣ ਦੀ ਥਾਂ ਇਹਨਾਂ ਨੂੰ ਪੈਸੇ ਦੇ ਵੀ ਦਿੰਦਾ ਤਾਂ ਨੈਗੋਸ਼ੀਏਸ਼ਨ ਵੇਲੇ ਕਿੰਨੇ ਕੁ ਮਿਲਦੇ? ਕਰਾ ਕੇ 25-30 ਲੱਖ ਰੁਪਇਆ। ਇਹ 3 ਜਣੇ, ਤਿੰਨਾਂ ਦੇ ਹਿੱਸੇ ਕਿੰਨਾ ਕੁ ਆਉਂਦਾ? 10-10 ਲੱਖ ਰੁਪਇਆ। ਅਤੇ ਇਹਨਾਂ ਦਾ ਜੋ ਲਾਈਫ ਸਟਾਈਲ ਹੈ, ਜੋ ਇਹਨਾਂ ਦੇ ਖਰਚ ਹਨ, ਉਹ ਰਕਮ ਕਿੰਨੀ ਕੁ ਦੇਰ ਚੱਲਦੀ? ਵੱਧ ਤੋਂ ਵੱਧ 1 ਸਾਲ। ਉਸ ਤੋਂ ਬਾਅਦ ਇਹਨਾਂ ਨੇ ਫਿਰ ਜੁਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨਾ ਸੀ ਅਤੇ ਪੜ੍ਹਾਈ ਦੀ ਥਾਂ ਤਕਰੀਬਨ ਅਪਰਾਧੀ ਹੀ ਬਣਨਾ ਸੀ। ਦੱਸਿਆ ਜਾਂਦਾ ਹੈ ਕਿ ਇਹਨਾਂ ਦੀ 7-8 ਮਹੀਨੇ ਬਾਅਦ ਜ਼ਮਾਨਤ ਹੋ ਗਈ ਸੀ ਉਸ ਕੇਸ ਵਿੱਚ। ਰਾਖੀ ਇੱਥੇ ਆ ਕੇ ਚੰਡੀਗੜ੍ਹ ਵਿੱਚ ਹੀ ਆਪਣੇ ਉਹਨਾਂ ਪੁਰਾਣੇ ਦੋਸਤਾਂ ਨਾਲ ਰਹਿਣ ਲੱਗ ਪਈ ਸੀ। ਪਿੱਛੇ ਜੇ ਇਹ ਜਦੋਂ ਦੀਵਾਲੀ ਉੱਪਰ ਆਪਣੇ ਘਰ ਗਈ ਤਾਂ ਉੱਥੇ ਉਸ ਦਾ ਸਾਹਮਣਾ ਆਪਣੇ ਭਰਾ ਨਾਲ ਹੋਇਆ। ਰਾਖੀ ਜਦੋਂ ਹਰਿਆਣੇ ਵਿੱਚ ਸੋਨੀਪਤ ਦੇ ਨਜ਼ਦੀਕ ਆਪਣੇ ਪਿੰਡ ਬੜੋਲੀ ਗਈ ਦੀਵਾਲੀ ਉੱਤੇ ਤਾਂ ਸਕੇ ਭਰਾ ਨੇ ਮੱਥੇ ਤੇ ਗੋਲੀ ਮਾਰ ਕੇ ਸਾਰਾ ਕੰਮ ਮੁਕਾ ਦਿੱਤਾ। 20 ਸਾਲਾ ਰਾਖੀ, MBA ਦੀ ਹੋਣਹਾਰ ਸਟੂਡੈਂਟ, ਇੱਕ 20 ਸਾਲਾ ਨੌਜਵਾਨ ਲੜਕੀ ਜੋ MBA ਕਰਕੇ ਚੰਗਾ ਭਵਿੱਖ ਬਣਾ ਸਕਦੀ ਸੀ, ਉਸ ਦਾ ਆਹ ਅਸਰ। ये सूचना थाना में प्राप्त हुई थी कि राखी नाम की लड़की उस पर गोली चला दी। जो हमने यहाँ आके देखा तो लड़की मृत अवस्था में बैठ गई और दीवार के बीच में पड़ी थी। उसके माथे में एक गोली लग रही है। उसके भाई ने इस पर गोली चला रखी है, मार रखी है। उसका भाई रहा भाग। उसको गिरफ्तारी की हर संभव
कोशिश करेंगे कि गिरफ्तार करने आज ही। प्राथमिक जांच में क्या सामने आया सर, क्यों मारी, कुछ पता चला? प्राथमिक जांच में यह है भाई, ये लड़की MBA करने गई थी चंडीगढ़ और यहाँ इसके खिलाफ मुकदमा दर्ज है अपहरण का, और यह सजा काट कर अभी आई थी करीब 1 महीना पहले। इसका ताऊ एक्सपायर था और इसका भाई भी आ रहा था। उस पुरानी रंजिश को रखते हुए मुकदमे की और इसके वजह से इसको गोली मारी। ਰਾਖੀ ਦਾ ਜੋ ਹਸ਼ਰ ਹੋਣਾ ਸੀ ਉਹ ਤਾਂ ਹੋ ਹੀ ਗਿਆ, ਪਰ ਉਸ ਦਾ ਸਕਾ ਭਰਾ ਜੋ ਮਸੂਰੀ ਵਿੱਚ ਪ੍ਰਾਈਵੇਟ ਜੋਬ ਕਰਦਾ ਸੀ ਹੁਣ ਜੇਲ੍ਹ ਵਿੱਚ ਹੈ। ਸਾਰੀ ਉਮਰ ਕੈਦ ਭੁਗਤੂ, ਜ਼ਿੰਦਗੀ ਬਰਬਾਦ, ਪਰਿਵਾਰ ਬਰਬਾਦ, ਇੱਕ ਤਰ੍ਹਾਂ ਪਰਿਵਾਰ ਖਤਮ ਹੀ। ਦਿਸ ਇਜ਼ ਦਾ ਐਂਡ ਆਫ ਦਾ ਸਟੋਰੀ। ਹਰਿਆਣੇ ਵਿੱਚ ਇੱਕ ਸਲੋਗਨ ਚੱਲਦਾ ਹੈ, ਬੇਟੀ ਪੜ੍ਹਾਓ ਬੇਟੀ ਬਚਾਓ। ਉਸ ਦਾ ਇਹ ਹਸ਼ਰ। ਰਾਖੀ ਪਿੰਡੋਂ ਆਈ ਤਾਂ ਸੀ ਪੜ੍ਹਾਈ ਕਰਨ MBA ਦੀ, ਪਰ ਇੱਥੇ ਆ ਕੇ ਸ਼ੌਂਕ ਪੂਰੇ ਕਰਨ ਲੱਗ ਪਈ ਆਪਣੇ ਬ੍ਰਾਂਡਡ ਕੱਪੜਿਆਂ ਦੇ ਅਤੇ ਐਸ਼ੋ ਆਰਾਮ ਦੇ। MBA ਕਰਕੇ ਜੇ ਕਿਧਰੇ ਜੋਬ ਕਰਦੀ ਤਾਂ ਇਹ ਸਾਰੇ ਸ਼ੌਂਕ ਉਹ ਆਪਣੇ ਸਿਰ ਤੇ ਹੀ ਪੁਗਾ ਸਕਦੀ ਸੀ। ਉਂਝ ਵੀ ਸੋਚਿਓ ਦੋਸਤੋ, ਜੇ ਮਹਿੰਗੇ ਬ੍ਰਾਂਡਡ ਕੱਪੜੇ ਪਾਉਂਦੇ ਹਾਂ ਤਾਂ ਕਿਸ ਲਈ? ਸਿਰਫ ਦੂਜਿਆਂ ਨੂੰ ਦਿਖਾਉਣ ਲਈ, ਇੰਪ੍ਰੈਸ ਕਰਨ ਲਈ। ਇਹ ਦਿਖਾਵੇ ਦੀ ਜ਼ਿੰਦਗੀ ਖਾ ਗਈ ਜ਼ਿੰਦਗੀ ਰਾਖੀ ਦੀ। ਘਰੋਂ ਮਾਪਿਆਂ ਦੇ ਵਿਸ਼ਵਾਸ ਅਤੇ ਸੰਸਕਾਰ ਲੈ ਕੇ ਪੁੱਜੀ ਰਾਖੀ ਅਤੇ ਇੱਥੇ ਆ ਕੇ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੀ ਅਤੇ ਕਿਡਨੈਪਿੰਗ ਦੀ ਅਤੇ ਅਪਰਾਧ ਦੀ ਦੁਨੀਆ ਵਿੱਚ ਪੈਰ ਧਰ ਕੇ ਉਹ ਕੀ ਖੱਟ ਗਈ। ਆਖਰ 20 ਸਾਲਾਂ ਲੜਕੀ ਦੀ ਮੌਤ ਸਾਰੇ ਸਮਾਜ ਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ। ਮਿੱਤਰੋ, ਸਾਡੇ ਸਮਾਜ ਵਿੱਚ ਇਹੋ ਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਪਰ ਕਦੇ ਵੀ ਇਹ ਸੁਰੱਖਿਆ ਨਹੀਂ ਬਣਦੀਆਂ। ਬਹੁਤ ਸਾਰੇ ਨੌਜਵਾਨ ਚੰਡੀਗੜ੍ਹ ਆਉਂਦੇ ਹਨ ਜਾਂ ਹੋਰ ਵੀ ਕਈ ਸ਼ਹਿਰਾਂ 'ਤੇ ਪੜ੍ਹਨ ਲਈ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤ ਘੱਟ ਹੀ ਸਫਲ ਹੁੰਦੇ ਹਨ। ਬਹੁਤੇ ਐਸ਼ੋ ਆਰਾਮ ਕਰਦੇ ਹੋਏ ਤਕਰੀਬਨ ਫੇਲ ਹੋ ਕੇ ਵਾਪਸ ਮੁੜ ਜਾਂਦੇ ਹਨ ਅਤੇ ਕੁਝ ਚੁਣਿੰਦੇ ਗਲਤ ਰਾਹ ਵੀ ਪੈ ਜਾਂਦੇ ਹਨ। ਇੱਥੇ ਗਲਤੀ ਮਾਪਿਆਂ ਦੀ ਵੀ ਹੈ। ਕਦੇ ਪਿੱਛੇ ਪਤਾ ਕੀਤਾ ਕਿ ਉਹਨਾਂ ਦੇ ਬੱਚੇ ਕਿਵੇਂ ਰਹਿ ਰਹੇ ਹਨ, ਬਸ ਪੈਸਾ ਭੇਜਿਆ ਤੇ ਜ਼ਿੰਮੇਵਾਰੀ ਖਤਮ। ਧੀ ਹੋਵੇ ਜਾਂ ਪੁੱਤ, ਇੱਥੇ ਇਹ ਯਾਦ ਰੱਖੋ ਕਿ ਇਹ ਅਨਮੁੱਲੇ ਹੀਰੇ ਹੁੰਦੇ ਹਨ। ਅੱਜ ਕੱਲ੍ਹ ਖਾਸ ਕਰਕੇ ਜਦੋਂ 1-1 2-2 ਬੱਚੇ ਹਨ। ਜੇ ਕੋਈ ਨੌਜਵਾਨ ਵੀਰ ਇਹ ਵੀਡੀਓ ਵੇਖੇ ਤਾਂ ਇਸ ਗਲਤ ਰਾਹ 'ਤੇ ਪੈਣ ਤੋਂ ਪਹਿਲਾਂ ਉਹ ਇੱਕ ਵਾਰੀ ਸੋਚੇ ਕਿ ਉਹ ਇੱਥੇ ਕਰਨ ਕੀ ਆਇਆ ਹੈ, ਕਿ ਉਹ ਪੜ੍ਹਨ ਆਇਆ ਹੈ ਜਾਂ ਐਸ਼ੋ ਇਸ਼ਰਤ ਲਈ। ਗਲਤ ਰਾਹ ਦਾ ਹਸ਼ਰ ਹਮੇਸ਼ਾ ਹੀ ਗਲਤ ਹੁੰਦਾ ਹੈ ਅਤੇ ਜੋ ਹਸ਼ਰ ਰਾਖੀ ਦਾ ਹੋਇਆ ਹੈ ਤਕਰੀਬਨ ਇਹੋ ਕੁਝ ਹੁੰਦਾ ਹੈ। ਅਜਿਹੇ ਹਸ਼ਰ ਤੋਂ ਬਾਅਦ ਆਪਣੇ ਮਾਪਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਬਾਕੀ ਜ਼ਿੰਦਗੀ ਕਿਹੋ ਜਿਹੀ ਕੱਟੇਗੀ। ਅੰਤ ਵਿੱਚ ਮਿੱਤਰੋ, ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ।